ਲੋਹੜੀ ਦੇ ਦਿਨ ਲੰਘਣ ਤੋਂ ਬਾਅਦ ਤਾਂ ਗੋਰੀ ਕੋਠੀ ਦੇ ਖੁਸਰਿਆਂ ਨੂੰ ਕਿਸੇ ਖਾਸ ਪ੍ਰੋਗਰਾਮ ਜਿਵੇਂ ਕਿ ਸ਼ਾਦੀ, ਵਿਆਹ, ਮੁੰਡਣ ਜਾਂ ਫਿਰ 13ਵੇਂ ਦੀ ਰਸਮ ਆਦਿ ਲਈ ਵਿਸ਼ੇਸ਼ ਤੌਰ ਤੇ ਸੱਦਾ ਆਉਂਦਾ। ਸਪੈਸ਼ਲ ਅਤੇ ਵੱਡੇ ਪ੍ਰੋਗਰਾਮਾਂ 'ਤੇ ਜਾਣ ਲਈ ਤਾਰੀਖ ਜੁਗਨੂ ਕੋਲ ਹੀ ਬੁੱਕ ਹੁੰਦੀ। ਮੀਰਾ ਨੂੰ ਤਾਂ ਬਸ ਹਫ਼ਤੇ ਦੇ ਪ੍ਰੋਗਰਾਮ ਲਈ ਰੂਪ ਰੇਖਾ ਦੱਸ ਦਿੱਤੀ ਜਾਂਦੀ। ਬਸੰਤ ਰੁੱਤ ਦੇ ਦਿਨ ਸਨ। ਗੋਰੀ ਕੋਠੀ ਦੇ ਗਮਲਿਆਂ ਵਿੱਚ ਗੇਂਦਾ ਤੇ ਗੁਲਦੌਂਦੀ ਦੇ ਫੁੱਲ ਪੂਰੇ ਜੋਬਣ 'ਤੇ ਸਨ। ਕੋਸੀ ਕੋਸੀ ਧੁੱਪ ਨਾਲ ਸਰਦੀ ਮਾਰੇ ਹੱਡ ਖੁੱਲ੍ਹ ਰਹੇ ਸਨ। ਵਿਹੜੇ ਵਿੱਚ ਧੁੱਪੇ ਬੈਠੀ ਮੀਰਾ ਨੇ ਸਿਗਰਟ ਸੁਲਗਾਉਂਦੇ ਜੁਗਨੂ ਨੂੰ ਹਫ਼ਤੇ ਦਾ ਪ੍ਰੋਗਰਾਮ ਪੁੱਛਿਆ। ਇੱਕ ਲੰਮਾ ਧੂਏਂ ਦਾ ਕਸ਼ ਅਸਮਾਨ ਵੱਲ ਛੱਡਦੇ ਜੁਗਨੂ ਨੇ ਪੈਂਟ ਦੀ ਜੇਬ ਵਿੱਚੋਂ ਛੋਟੀ ਜਿਹੀ ਡੈਰੀ ਕੱਢੀ ਤੇ ਮੀਰਾ ਨੂੰ ਫੜਾ ਦਿੱਤੀ। ਸ਼ਨੀਵਾਰ ਦੀ ਰਾਤ ਮੰਗਤ ਰਾਮ, ਮਹੱਲਾ ਧੋਬੀਆਂ, ਗਲੀ ਨੰਬਰ 2, ਹਾਊਸ ਨੰਬਰ 113 ਦੇਖਣ ਸਾਰ ਮੀਰਾ ਨੇ ਉਤਸੁਕਤਾ ਨਾਲ ਪੁੱਛਿਆ, ਆ ਸ਼ਨੀਵਾਰ ਮੰਗਤ ਰਾਮ ਦੇ ਘਰ ਧੋਬੀਆਂ ਮਹੱਲੇ ਕੀ ਹੈ? ਮੁੰਡਣ ਦੀ ਰਸਮ ਹੈ ਲਾਲੇ ਦੇ, ਬੜੀ ਮੋਟੀ ਸ਼ਾਮੀ ਹੈ। ਮਹੰਤ ਮੀਰਾ, ਤੇਰੀ ਖਾਸ ਮੰਗ ਹੈ। ਮਹਿਫਲ ਵਿੱਚ ਨੱਚਣ ਗਾਉਣ ਲਈ ਸਾਡੀ ਟੋਲੀ ਤੋਂ ਸਿਵਾਏ ਹੋਰ ਕੋਈ ਨਹੀਂ ਹੋਵੇਗਾ। ਅੱਛਾ, ਤੈਨੂੰ ਕਿਵੇਂ ਪਤਾ? ਮੀਰਾ ਹੋਰ ਜਾਣਨਾ ਚਾਹੁੰਦੀ ਬੋਲੀ। ਲੈ, ਸਾਰੀ ਉਮਰ ਇਸ ਕੰਮ 'ਚ ਹੀ ਕੱਢੀ ਐ। ਮਹੰਤ ਮੀਰਾ, ਹੁਣ ਤਾਂ ਬੰਦੇ ਦੀ ਤੋਰ ਦੇਖ ਕੇ ਜੇਬ ਵਿੱਚ ਕੀ ਹੈ ਤੇ ਮਨ ਵਿੱਚ ਕੀ ਹੈ ਸਭ ਪੜ੍ਹ ਲਈਦਾ। ਸਾਲਾ ਲਾਲਾ ਬੁਕਿੰਗ ਤਾਂ ਮੇਰੇ ਨਾਲ ਕਰ ਰਿਹਾ ਸੀ, ਪਰ ਉਸ ਦੀਆਂ ਅੱਖਾਂ ਕੋਠੀ ਅੰਦਰੋਂ ਮਹੰਤ ਮੀਰਾ ਨੂੰ ਲੱਭ ਰਹੀਆਂ ਸਨ, ਜਾਣੋ ਚੰਗਾ ਟੁੱਟਿਆ ਹੋਇਆ ਆਸ਼ਕ ਹੋਵੇ। ਇਹ ਮਰਦ ਵੀ ਕਿੰਨੇ ਹਲਕੇ ਭਾਂਡੇ ਜੇ ਹੁੰਦੇ ਨੇ, ਖੜਕਣ ਨੂੰ ਮਿੰਟ ਲਾਉਂਦੇ ਨੇ, ਹਨਾ ਮੀਰਾ? ਕਹਿੰਦਾ ਜੁਗਨੂ ਧੂਆਂ ਨਾਸਾਂ ਵਿੱਚੋਂ ਬਾਹਰ ਛੱਡਦਾ ਬੋਲਿਆ। ਬਾਹਲਾ ਅੰਤਰਜਾਮੀ ਬਣਿਆ ਫਿਰਦਾ ਜੁਗਨੂ, ਐਵੇਂ ਨਹੀਂ ਬਿਨਾਂ ਦੇਖੇ ਪਰਖੇ ਰਹਿ ਬਣਾਈ ਦੀ। ਚੱਲ ਛੱਡ, ਅਸੀਂ ਇੱਕ ਰਿਸ਼ਤੇਦਾਰੀ ਪਾਉਣੀ ਹੈ, ਸਾਡਾ ਮਤਲਬ ਤਾਂ ਵਧਾਈ ਨਾਲ ਹੈ। ਹਾਂ, ਮੀਰਾ ਬੋਲੀ। ਅੱਛਾ, ਫਿਰ ਮਹੰਤ ਰਾਮ ਦਾ ਵਿਆਹ ਹੋ ਹੀ ਗਿਆ ਤੇ ਮੁੰਡਾ ਵੀ ਜੰਮ ਪਿਆ। ਖੁਸ਼ੀ ਅਤੇ ਗਮ ਦਾ ਰਲਿਆ ਮਿਲਿਆ ਜਿਹਾ ਅਹਿਸਾਸ ਮੀਰਾ ਦੇ ਜ਼ਹਿਨ ਵਿੱਚੋਂ ਬਿਜਲੀ ਦੇ ਕਰੰਟ ਵਾਂਗ ਲੰਘਿਆ ਤੇ ਉਸਨੇ ਧੁੜਤੜੀ ਨੂੰ ਬੋਚਦਿਆਂ ਡੂੰਘਾ ਹੋਂਕਾ ਭਰਿਆ। ਫਿਰ ਮੈਂ ਵਧਾਈ ਮੰਗਣ ਆਊਂ ਤੇਰੇ ਲਾਲ ਦੀ, ਐਸਾ ਨਾਚ ਨੱਚੂੰ ਕਿ ਸਾਰੀ ਨਗਰੀ ਵਿੱਚ ਧੂਮਾਂ ਪੈ ਜਾਣਗੀਆਂ। ਫਿਰ ਤੇਰਾ ਜੋ ਜੀ ਕਰੂ ਮੈਨੂੰ ਦੇ ਦੀ, ਉਸ ਦਿਨ ਤਾਂ ਮੈਂ ਅੜੀ ਵੀ ਕਰੂੰਗੀ। ਮੀਰਾ ਨੂੰ ਆਪ ਦੇ ਕਹੇ ਬੋਲ ਹੂ ਬਹੂ ਯਾਦ ਆਏ। ਇੱਕ ਅਜਬ ਜਿਹੀ ਕਾਲ ਤੇ ਚਾਹ ਮਨ ਨੂੰ ਹਲੂਣਾ ਦੇਣ ਲੱਗਿਆ। ਮੰਜੇ ਤੇ ਕੋਲ ਪਿਆ ਸ਼ੀਸ਼ਾ ਤੇ ਮੋਚਣਾ ਚੱਕ ਕੇ ਉਹ ਮੂੰਹ ਤੇ ਉੱਗੇ ਇੱਕਾ ਦੁੱਕਾ ਵਾਲ ਪੁੱਟਣ ਲੱਗੀ। ਕਾਲੀਆਂ ਜ਼ੁਲਫਾਂ ਨੂੰ ਖਿਲਾਰ ਕੇ ਅੱਗੇ ਪਿੱਛੇ ਸਿੱਟਦੀ ਉਹ ਆਪਣੇ ਹੁਸਨ ਦੀ ਇੰਤਹਾ ਨੂੰ ਪਛਾਣ ਰਹੀ ਸੀ। ਮੰਗਤ ਰਾਮ ਦੇ ਘਰ ਜਾਣ ਲਈ ਉਸਨੇ ਖਾਸ ਤੌਰ ਤੇ ਨਵਾਂ ਸਿੱਪੀਆਂ ਸਿਤਾਰਿਆਂ ਵਾਲਾ ਸੂਟ ਸਵਾਇਆ। ਮੰਨੂ ਲਈ ਵੀ ਲਾਲ ਰੰਗ ਦਾ ਸ਼ਰਾਰਾ ਤੇ ਨਵੇਂ ਘੁੰਗਰੂਆਂ ਦੀ ਜੋੜੀ ਦਾ ਇੰਤਜ਼ਾਮ ਕੀਤਾ। ਗੋਰੀ ਕੋਠੀ ਵਿੱਚ ਇਸ ਪ੍ਰੋਗਰਾਮ ਤੇ ਜਾਣ ਲਈ ਵਿਆਹ ਵਰਗੀ ਤਿਆਰੀ ਹੋ ਰਹੀ ਸੀ। ਸਭ ਦੇ ਕੱਪੜੇ ਲੀੜੇ ਮੀਰਾ ਆਪ ਪਸੰਦ ਕਰ ਰਹੀ ਸੀ। ਉਸਤਾਦ ਕੋੜੇਮਲ ਨੂੰ ਵੀ ਉਸਦੇ ਵਿਆਹ ਵਾਲੀ ਅਚਕਨ ਤੇ ਪਜਾਮੀ ਧੋਸ ਮਾਰ ਕੇ ਪ੍ਰੈਸ ਕਰਾਉਣ ਲਈ ਕਿਹਾ। ਬਕਾਇਦਾ ਤੌਰ ਤੇ ਆਥਣ ਨੂੰ ਰੋਜ਼ ਨੱਚਣ ਗਾਉਣ ਦਾ ਅਭਿਆਸ ਕਰਨ ਵੇਲੇ ਗੀਤਾਂ ਦੀ ਲਿਸਟ ਬਣਾਈ ਜਾਂਦੀ। ਕੁਝ 94 ਗੀਤਾਂ ਤੇ ਨਾਚ ਮੰਨੂ ਨੇ ਤੇ ਕੁਝ ਤੇ ਮੀਰਾ ਨੇ ਕਰਨਾ ਸੀ। ਹਫ਼ਤੇ ਦਾ ਸਮਾਂ ਮੀਰਾ ਨੂੰ ਕੀੜੀ ਦੀ ਚਾਲ ਚੱਲਦਾ ਲੱਗਦਾ। ਮੰਗਤ ਰਾਮ ਦੀ ਵਹੁਟੀ ਤੇ ਪੁੱਤਰ ਨੂੰ ਦੇਖਣ ਦੀ ਤਾਂਘ ਤੇ ਨਾਲ-ਨਾਲ ਉਸਨੇ ਮੰਗਤ ਰਾਮ ਨੂੰ ਵੀ ਤਾਂ ਮੁੱਦਤਾਂ ਬਾਅਦ ਹੀ ਵੇਖਣਾ ਸੀ। ਆਮ ਪ੍ਰੋਗਰਾਮਾਂ ਤੇ ਜਾਣ ਲਈ ਮੀਰਾ ਤੇ ਮੰਨੂ ਕਾਹਲੀ ਵਿੱਚ ਹੱਥਾਂ ਪੈਰਾਂ ਤੇ ਸ਼ਿੰਗਾਰ ਲਈ ਅਲਤਾਂ ਲਾਉਂਦੀਆਂ, ਪਰ ਇਸ ਵਾਰ ਇੱਕ ਰਾਤ ਪਹਿਲਾਂ ਹੀ ਪਾਰਲਰ ਵਾਲੀ ਕੁੜੀ ਨੂੰ ਘਰ ਬੁਲਾ ਕੇ ਮਹਿੰਦੀ ਲਵਾਈ। ਲੱਕੜ ਦੇ ਸ਼ਿੰਗਾਰਦਾਨ ਵਿੱਚ ਪਏ ਸਮਾਨ ਨਾਲ ਮੀਰਾ ਨੇ ਖੁਦ ਨੂੰ ਸ਼ਿੰਗਾਰਿਆ। ਹਾਰ ਸ਼ਿੰਗਾਰ ਤਾਂ ਵੈਸੇ ਵੀ ਪਹਿਲੇ ਵੀ ਬਥੇਰਾ ਕਰਦੀ ਸੀ, ਪਰ ਅੱਜ ਤਾਂ ਜਾਣੋ ਮੁਹੱਬਤ ਦਾ ਕਮਾਲ ਹੀ ਸੀ ਕਿ ਉਸ ਦਾ ਰੂਪ ਡੁੱਲ ਪੈ ਰਿਹਾ ਸੀ। ਸਮੇਂ ਦੀ ਮਾਰ ਵੀ ਮੀਰਾ ਦੇ ਹੁਸਨ ਤੇ ਬਹੁਤਾ ਅਸਰ ਨਾ ਕਰ ਸਕੀ ਸੀ। ਉਹੀ ਰੋਬ, ਟੁਣਕਦੀ ਟੱਲੀ ਵਰਗਾ ਹਾਸਾ, ਬੁਲੰਦ ਆਵਾਜ਼, ਧਮਕਦੀ ਅੱਡੀ ਤੇ ਉੱਡੂ ਉੱਡੂ ਕਰਦੀ ਰੂਹ ਉਮਰ ਦੇ ਕਈ ਸਾਲ ਸਹਿਜੇ ਲੁਕੋ ਜਾਂਦੀ। ਜੁਗਨੂ ਤੇ ਕੋੜੇਮਲ ਵੀ ਸੁਨਹਿਰੇ ਚਮਕੀਲੇ ਸ਼ਮਲੇ ਬੰਨੀ ਇਉਂ ਲੱਗ ਰਹੇ ਸਨ ਜਿਵੇਂ ਕਿ ਸ਼ਾਹੀ ਬਰਾਤ ਦੇ ਪ੍ਰਾਹੁਣੇ ਹੋਣ। ਦੰਦਾਂ ਤੇ ਮਲੇ ਦੰਦਾਸੇ, ਝੀਲ ਵਰਗੀਆਂ ਗਹਿਰੀਆਂ ਨੀਲੀਆਂ ਅੱਖਾਂ ਦੇ ਨਾਲ ਸ਼ਰਾਰੇ ਵਿੱਚ ਮੰਨੂ ਤਾਂ ਨਿਰਾ ਹੀ ਪਟਾਕਾ ਲੱਗ ਰਹੀ ਸੀ। ਉਸਦੀ ਕਸੀ ਹੋਈ ਲਾਲ ਕੁੜਤੀ ਬਦਨ ਨੂੰ ਸੁਰਾਹੀ ਵਰਗੀ ਦਿੱਖ ਦੇ ਰਹੀ ਸੀ। ਪੂਰੀ ਟੋਲੀ ਕਾਰ ਵਿੱਚ ਸੱਜ ਧੱਜ ਕੇ ਧੋਬੀਆਂ ਮਹੱਲੇ ਮੰਗਤ ਰਾਮ ਦੇ ਘਰ ਵੱਲ ਨੂੰ ਤੁਰ ਪਈ। ਮੰਗਤ ਰਾਮ ਦੀ ਹਵੇਲੀ ਦੀ ਗਲੀ ਮੂਹਰੇ ਕੇਲੇ ਦੇ ਪੱਤਿਆਂ ਨਾਲ ਸਜਾਇਆ ਸਵਾਗਤੀ ਦੁਆਰ ਬਣਾਇਆ ਹੋਇਆ ਸੀ।
ਰਸਤੇ ਤੇ ਤਾਣੀ ਹੋਈ ਚਮਕੀਲੀ ਝਾਲਰ ਹਵਾ ਦੀਆਂ ਤਰੰਗਾਂ ਨਾਲ ਝਿਲਮਿਲ ਕਰ ਰਹੀ ਸੀ। ਦਿਨ ਛਿਪਣ ਨਾਲ ਹਨੇਰਾ ਪਸਰ ਚੁੱਕਿਆ ਸੀ। ਹਵੇਲੀ ਦੇ ਅੰਦਰਲੇ ਵਿਹੜੇ ਵਿੱਚ ਲੋਕ ਕਨਾਤਾਂ ਥੱਲੇ ਲੱਗੀਆਂ ਕੁਰਸੀਆਂ ਤੇ ਬੈਠੇ ਖਾਣ ਪੀਣ ਦੇ ਨਾਲ ਡੀਜੇ ਤੇ ਵੱਜਦੇ ਫਿਲਮੀ ਗੀਤਾਂ ਦਾ ਸੰਗੀਤ ਸੁਣ ਰਹੇ ਸਨ। ਮੀਰਾ ਦੀ ਆਮਦ ਕੰਨੀ ਪੈਂਦਿਆਂ ਹੀ ਮੰਗਤ ਰਾਮ ਆਪਣੇ ਪੁੱਤ ਨੂੰ ਚੁੱਕ ਕੇ ਬਰੂਹਾਂ ਤੇ ਸਵਾਗਤ ਕਰਨ ਲਈ ਖੜ ਗਿਆ। ਦੇਖੋ ਦੇਖੀ ਲੋਕ ਵੀ ਸਵਾਗਤ ਵਾਸਤੇ ਨਾਲ ਜਾ ਖੜੇ। ਛਣਕ ਛਣਕ ਕਰਦੇ ਘੁੰਗਰੂਆਂ ਨਾਲ ਮੀਰਾ, ਮੰਨੂ ਤੇ ਜੁਗਨੂ ਕਾਰ ਦੀ ਪਿਛਲੀ ਟਾਕੀ ਰਾਹੀਂ ਬਾਹਰ ਆਏ। ਉਸਤਾਦ ਕੋੜੇਮਲ ਹਾਰਮੋਨੀਅਮ ਚੱਕੀ ਪਿੱਛੇ ਆ ਰਿਹਾ ਸੀ। ਮੰਗਤ ਰਾਮ ਦੇ ਚਿਹਰੇ ਤੇ ਮਾਰੂਥਲ ਵਰਗੀ ਪਿਆਸ ਨਜ਼ਰ ਆ ਰਹੀ ਸੀ, ਜਿਵੇਂ ਉਸ ਦੇ ਨੈਣ ਮੀਰਾ ਦੇ ਦੀਦ ਲਈ ਤਰਸੇ ਪਏ ਹੋਣ। ਹਨੇਰੇ ਵਿੱਚ ਮੀਰਾ ਨੂੰ ਤੱਕਣ ਲਈ ਉਹ ਅੱਖਾਂ ਪਾੜ ਝਾਕ ਰਿਹਾ ਸੀ। ਮੀਰਾ ਤੇ ਮੰਨੂ ਨੇ ਉਤਰਨ ਸਾਰ ਹੀ ਅੰਬਰ ਗੂੰਜਵੀਂ ਤਾੜੀ ਮਾਰੀ ਤੇ ਵਧਾਈਆਂ ਦਿੰਦਿਆਂ ਕਿਹਾ, ਵਧਾਈਆਂ ਸੇਠਾ, ਤੈਨੂੰ ਵਧਾਈਆਂ ਵੇ। ਰੰਗ ਭਾਗ ਲੱਗਣ ਤੇਰਾ ਪੁੱਤਰ ਜੀਵੇ, ਰੱਬ ਜੋੜੀ ਬਣਾਵੇ। ਉੱਚਾ ਬੋਲ ਤੇ ਜੁਗਨੂ ਦੀ ਢੋਲਕੀ ਦੀ ਥਾਪ ਸੁਣ ਕੇ ਖਾਣਾ ਪੀਣਾ ਛੱਡ ਕੇ ਲੋਕ ਬਾਹਰ ਖੁਸਰਿਆਂ ਨੂੰ ਵੇਖਣ ਨਿਕਲ ਆਏ। ਮੰਗਤ ਰਾਮ ਨੇ ਮੀਰਾ ਅੱਗੇ ਸਿਰ ਝੁਕਾ ਕੇ ਦੁਆ ਸਲਾਮ ਕਰਦਿਆਂ ਪੁੱਤਰ ਮੀਰਾ ਦੀ ਗੋਦ ਦੇ ਵਿੱਚ ਦੇ ਦਿੱਤਾ। ਉਸ ਦੇ ਮੂੰਹ ਮਤੇ ਨੈਣ ਜਾਣੋ ਇਹ ਕਹਿ ਰਹੇ ਸਨ ਕਿ ਆਹ ਚੱਕ ਮੀਰਾ, ਤੇਰੇ ਬੋਲ ਵੀ ਪੁਗਾ ਦਿੱਤੇ ਨੇ, ਤੇਰੇ ਕਹੇ ਤੇ ਫੁੱਲ ਚੜਾ ਦਿੱਤੇ। ਬਸ ਇਸ ਨੂੰ ਆਪ ਦਾ ਹੀ ਮਨ, ਤੇਰੇ ਮੇਰੇ ਵਿੱਚ ਕਾਹਦਾ ਫਰਕ ਮੇਰੀ ਜਾਨ। ਮੁਹੱਬਤ ਸਮੇਂ ਦੇ ਵਹਾਅ ਨਾਲ ਸਬਰ ਕਰਨਾ ਸਿੱਖ ਗਈ ਸੀ, ਪਰ ਉਹ ਚਿਣਗ ਅਜੇ ਵੀ ਸੀਨੇ ਦੇ ਕੋਨੇ ਵਿੱਚ ਸੁਰੱਖਿਅਤ ਸੁਲਗਦੀ ਰਹਿੰਦੀ ਸੀ, ਸੁਰੱਖਿਅਤ ਸੁਲਗਦੀ ਲੱਗਦੀ ਸੀ। ਮੰਗਤ ਰਾਮ ਭਾਵੇਂ ਆਪਦੀ ਪਤਨੀ ਨੂੰ ਬਥੇਰਾ ਪਿਆਰ ਦਿੰਦਾ, ਪਰ ਮੀਰਾ ਨਾਲ ਪਹਿਲੀ ਮੁਹੱਬਤ ਨੇ ਤਾਂ ਉਸ ਨੂੰ ਜਿਉਣਾ ਸਿਖਾਇਆ ਸੀ। ਉਸ ਦੀ ਦਿੱਤੀ ਕੁਰਬਾਨੀ ਨੇ ਮੰਗਤ ਰਾਮ ਦੇ ਮਨ ਵਿੱਚ ਉਸ ਪ੍ਰਤੀ ਪਿਆਰ ਤੇ ਸ਼ਰਧਾ ਹੋਰ ਵੀ ਵਧਾ ਦਿੱਤੀ ਸੀ। ਉਸ ਦੇ ਕਹੇ ਬੋਲ, ਮੇਰੀ ਨੀਤ ਤੇ ਸ਼ੱਕ ਨਾ ਕਰੀ ਸੇਠਾ, ਮੁਹੱਬਤ ਕਰਨ ਵਾਲੇ ਦੇ ਘਰ ਹਨੇਰ ਕਿਵੇਂ ਕਰਦਿਆਂ। ਉਸ ਨੂੰ ਰਹਿ ਕੇ ਯਾਦ ਆਉਂਦੇ ਅਤੇ ਉਹ ਸੋਚਦਾ, ਕਮਲੀ ਜਹੀ ਕਿੰਨੀ ਖੂਬਸੂਰਤ ਦਿਲ ਦੀ ਮਾਲਕ ਹੈ, ਜ਼ਿੰਦਗੀ ਨਾਲ ਸ਼ਿਕਵਾ ਕਰਦੀ ਹੀ ਨਹੀਂ। ਡੀਜੇ ਤੇ ਲੱਗੇ ਗੀਤ ਬੰਦ ਕਰ ਦਿੱਤੇ ਗਏ। ਲੋਕ ਵੀ ਥਾਂ ਥਾਈਂ ਕੁਰਸੀਆਂ ਤੇ ਬੈਠ ਗਏ। ਸ਼ਰਾਬ ਤੇ ਤਰ੍ਹਾਂ ਦੇ ਪਕੌੜੇ ਮੇਜ਼ਾਂ ਤੇ ਹੀ ਵਰਤਾਏ ਜਾ ਰਹੇ ਸਨ। ਮੀਰਾ ਦੀ ਟੋਲੀ ਵੀ ਚਾਹ ਪਾਣੀ ਪੀ ਕੇ ਕਨਾਤਾਂ ਥੱਲੇ ਬਣੀ ਲੱਕੜ ਦੀ ਸਟੇਜ ਤੇ ਜਾ ਚੜੀ। ਜੁਗਨੂ ਨੇ ਢੋਲਕੀ ਤੇ ਥਾਪ ਦਿੱਤੀ। ਉਸਤਾਦ ਨੇ ਹਾਰਮੋਨੀਅਮ ਦੇ ਸੁਰ ਛੇੜੇ ਤੇ ਮੰਨੂ ਡਫਲੀ ਨੂੰ ਪੱਟ ਨਾਲ ਮਾਰ ਵਜਾਉਣ ਲੱਗੀ ਤਾਂ ਮੀਰਾ ਨੇ ਕਲਾਮ ਛੇੜਿਆ, ਬੂਹੇ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ। ਬੂਹੇ ਬਾਰੀਆਂ ਹੈ ਬੂਹੇ ਬਾਰੀਆਂ। ਅੱਡੀ ਦੀ ਧਮਕ ਕਲੇਜੇ ਧੂਪ ਪਾਉਂਦੀ। ਮਿੱਠੀ ਰੁਮਕਦੀ ਹਵਾ ਵਿੱਚ ਮੀਰਾ ਦੀ ਕਾਲੀ ਸਿਤਾਰਿਆਂ ਵਾਲੀ ਚੁੰਨੀ ਹਨੇਰੀ ਮੱਸਿਆ ਦੀ ਰਾਤ ਨੂੰ ਅੰਬਰਾਂ 'ਚ ਜੜੇ ਚੰਨ ਤਾਰਿਆਂ ਵਰਗੀ ਲੱਗ ਰਹੀ ਸੀ। ਨਾਗਣ ਵਾਂਗ ਵਲ ਖਾਂਦਾ ਉਸ ਦਾ ਸਰੀਰ ਸਟੇਜ ਉੱਤੇ ਮੇਲ ਰਿਹਾ ਸੀ। ਕਾਲੇ ਸੰਘਣੇ ਵਾਲਾਂ ਦੀ ਇੱਕ ਲੱਟ ਵਾਰ-ਵਾਰ ਟਿਮ ਜਗਦੇ ਨੈਣਾ ਉੱਤੇ ਆ ਡਿੱਗਦੀ ਤਾਂ ਗਰਦਨ ਨੂੰ ਹੁਲਾਰਾ ਮਾਰ ਕੇ ਉਹ ਉਸ ਨੂੰ ਪਿੱਛੇ ਸੁੱਟਦੀ। ਲੰਮੀ ਗੁੱਤ ਲੱਕ ਨੂੰ ਵਾਰ-ਵਾਰ ਵਲੇਟਾਂ ਮਾਰਦੀ, ਜਿਵੇਂ ਕਾਲਾ ਨਾਗ ਚੰਦਨ ਦੇ ਦਰਖਤ ਨੂੰ ਲਿਪਟਿਆ ਹੋਵੇ। ਉਸ ਦੀ ਆਵਾਜ਼ ਸੁਰਾਂ ਨਾਲ ਮਿਲ ਕੇ ਛੈਬਰ ਲਾ ਰਹੀ ਸੀ। ਉਸ ਦਾ ਨਖਰੇ ਵਾਲਾ ਅੰਦਾਜ਼ ਤਾਂ ਵਾਕਈ ਹੀ ਬਾਕਮਾਲ ਸੀ। ਗੀਤ ਦੇ ਬੋਲ ਸੁਣਦਿਆਂ ਹੀ ਮੰਗਤ ਰਾਮ ਨੇ ਮੋਟੇ ਦੋ ਪੈਗ ਅੰਦਰ ਸੁੱਟੇ, ਜਿਵੇਂ ਕਿ ਮੀਰਾ ਸਿਰਫ ਉਸ ਦੇ ਲਈ ਹੀ ਗਾ ਰਹੀ ਤੇ ਨੱਚ ਰਹੀ ਹੋਵੇ। 100 ਦੇ ਨੋਟ ਵਾਰਦਾ ਉਹ ਵਾਰ-ਵਾਰ ਝੂਮਦਾ ਸਟੇਜ ਉੱਤੇ ਆਉਂਦਾ। ਵਾਰੀ ਸਿਰ ਮੰਨੂ ਵੀ ਆਪਦੀ ਹਾਜ਼ਰੀ ਲਵਾ ਕੇ ਦਰਸ਼ਕਾਂ ਤੋਂ ਵਾਹ ਲੁੱਟ ਰਹੀ ਸੀ। ਚੜ੍ਹਦੀ ਉਮਰ ਦੇ ਮੁੰਡੇ ਉਸ ਨੂੰ ਵੇਖ ਕੇ ਕਚੀਚੀਆਂ ਲੈ ਰਹੇ ਸਨ। ਜਦੋਂ ਉਹ ਵੇਲ ਵਧਾਈ ਦੇ ਪੈਸੇ ਫੜ ਕੇ ਅੰਗੀ ਵਿੱਚ ਪਾਉਂਦੀ, ਅੱਖ ਮਾਰਦੀ ਤੇ ਛਾਤੀਆਂ ਫੜਕਾਉਂਦੀ। ਪਰ ਮੰਗਤ ਰਾਮ ਵਾਰ-ਵਾਰ ਮੀਰਾ ਨੂੰ ਹੀ ਨੱਚਣ ਤੇ ਗਾਉਣ ਦੀ ਫਰਮਾਇਸ਼ ਕਰਦਾ, ਜਿਵੇਂ ਸਾਰਾ ਸਮਾਗਮ ਹੀ ਖਾਸ ਤੌਰ ਤੇ ਮੀਰਾ ਲਈ ਕੀਤਾ ਹੋਵੇ। ਨੱਚਣ ਗਾਉਣ ਦਾ ਸਿਲਸਿਲਾ ਕਈ ਘੰਟੇ ਚੱਲਦਾ ਰਿਹਾ। ਰਾਤ ਕਾਫੀ ਹੋ ਗਈ ਸੀ। ਲੋਕ ਵੀ ਘਰਾਂ ਨੂੰ ਪਰਤਣ ਲੱਗੇ ਸਨ। ਸੋਹਣੇ ਖੁਸ਼ੀ ਅਤੇ ਵਧਾਈ ਭਰੇ ਗੀਤ ਗਾਉਂਦੀ ਮੀਰਾ ਨੇ ਅਖੀਰ ਵਿੱਚ ਤੁਰਨ ਵੇਲੇ ਪਤਾ ਨਹੀਂ ਵੈਰਾਗਮਈ ਜਿਹੀ ਧੁਨ ਵਿੱਚ ਗਾਉਣਾ ਸ਼ੁਰੂ ਕਰ ਦਿੱਤਾ। ਅਸੀਂ ਬੋਲੇ ਨਹੀਂ, ਅਸੀਂ ਡੋਲੇ ਨਹੀਂ, ਸਜਣਾ ਨਾਲ ਦੁਖੜੇ ਫੋਲੇ ਨਹੀਂ, ਗੱਲ ਤੇ ਗੁੱਸੇ ਹੁੰਦਿਆਂ ਨੂੰ ਅੱਜ ਕੁਝ ਪੁੱਛਣ ਨੂੰ ਜੀ ਕਰਦਾ।
ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ। ਅੱਜ ਮੇਰਾ ਰੁੱਸਣ ਨੂੰ ਜੀ ਕਰਦਾ, ਅੱਜ ਮੇਰਾ ਰੁੱਸਣ ਨੂੰ ਜੀ ਕਰਦਾ। ਗਾਉਂਦੀ ਤੇ ਨੱਚਦੀ ਮੀਰਾ ਦਾ ਬਦਨ ਜ਼ਖਮੀ ਪੰਛੀ ਵਾਂਗ ਫੜਫੜਾ ਰਿਹਾ ਸੀ। ਬੋਲਾਂ ਵਿੱਚੋਂ ਬਿਰਹੋਂ ਦੀ ਰੱਤ ਨੁੱਚੜ ਰਹੀ ਲੱਗਦੀ ਸੀ। ਲੜਖੜਾਉਂਦੇ ਕਦਮਾਂ ਨਾਲ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਮੰਗਤ ਰਾਮ ਮਸਾਂ ਸਹਾਰੇ ਨਾਲ ਸਟੇਜ ਤੇ ਚੜਿਆ ਤੇ ਭਾਵੁਕ ਹੋਏ ਨੇ ਗਲੇ ਵਿੱਚੋਂ ਸੋਨੇ ਦੀ ਜੰਜੀਰੀ ਵਿੱਚ ਪਾਇਆ ਐਮ ਵਾਲਾ ਲੋਕਟ ਸਣੇ ਜੰਜੀਰੀ ਲਾ ਕੇ ਮੀਰਾ ਦੇ ਗਲ ਪਾ ਦਿੱਤਾ। ਰਿਸ਼ਤੇਦਾਰ, ਲੋਕ ਤੇ ਘਰ ਦੇ ਸਭ ਹੈਰਾਨੀ ਨਾਲ ਤੱਕ ਰਹੇ ਸਨ। ਭੱਜ ਕੇ ਵਿੱਚ ਆਉਂਦੀ ਮੰਗਤ ਰਾਮ ਦੀ ਮਾਂ ਬੋਲੀ, ਲਿਆ ਭਾਈ, ਆ ਫੜਾ, ਇਹ ਤਾਂ ਖਾਦੀ ਪੀਤੀ 'ਚ ਕਮਲ ਕੁੱਟ ਰਿਹਾ। ਤੁਹਾਡੀ ਵਧਾਈ ਦਾ ਮੈਂ ਇੰਤਜ਼ਾਮ ਕੀਤਾ ਹੋਇਆ। ਨਹੀਂ ਮਾਤਾ, ਰੱਖ ਆਪਦੀ ਵਧਾਈ ਨੂੰ, ਖੁਸ਼ੀ ਨਾਲ ਦਿੱਤੀ ਚੀਜ਼ ਨਹੀਂ ਅਸੀਂ ਮੋੜਨੀ। ਹਾਂ, ਤਾੜੀ ਮਾਰਦੀ ਮੀਰਾ ਬੋਲੀ, ਆ ਤੁਸੀਂ ਕੀ ਕੀਤਾ? ਇਹ ਚੇਨ ਤੇ ਲਾਕਟ ਤਾਂ ਮੇਰੇ ਪੇਕਿਆਂ ਨੇ ਪਾਇਆ ਸੀ। ਔਖੀ ਹੁੰਦੀ ਮੰਗਤ ਰਾਮ ਦੀ ਪਤਨੀ ਸਾੜੀ ਦੇ ਵੱਲ ਬੋਚਦੀ ਬੋਲੀ, ਫਿਰ ਕੀ ਹੋ ਗਿਆ? ਜਮਾਈ ਆ, ਪੋਣੀ ਹੀ ਸੀ। ਸੋਨੇ ਵਰਗਾ ਮੁੰਡਾ ਦਿੱਤਾ ਤੈਨੂੰ, ਕੰਜੂਸਣੀ ਬਣਿਆਣੀ ਹੀ ਰਹੀ ਨਾ। ਮੈਂ ਤਾਂ ਤੇਰਾ ਹੀ ਹਾਂ। ਸਿਰਫ 2 ਟਕੇ ਦੀ ਜੰਜੀਰੀ ਦਿੱਤੀ ਆ। ਜੰਜੀਰੀ ਰੱਖ ਲੈ ਜਾਂ ਮੈਨੂੰ ਰੱਖ ਲੈ। ਬੋਲ ਕੀ ਚਾਹੀਦਾ? ਉੱਚੇ ਸੁਰ ਤੇ ਥਥਲਾਉਂਦਾ ਮੰਗਤ ਰਾਮ ਬਖੇੜਾ ਖੜਿਆ ਕਰਨ ਜਾ ਰਿਹਾ ਸੀ। ਸ਼ਰਾਬੀ ਹਾਲਤ ਵਿੱਚ ਬੇਸੁਰਤ ਮੰਗਤ ਰਾਮ ਨੂੰ ਲੋਕ ਟਿਕਟਕਾ ਕਰਾ ਕੇ ਅੰਦਰ ਲੈ ਗਏ ਸੀ। ਚੰਗੇ ਵਾਰਣੇ ਤੇ ਵਧਾਈ ਨਾਲ ਮਾਲੋ ਮਾਲ ਮੀਰਾ ਦੀ ਟੀਮ ਸੋਹਣੇ ਕੱਪੜੇ ਲੀੜੇ ਲੈ ਕੇ ਦੁਆਵਾਂ ਦੇ ਢੇਰ ਦਿੰਦੀ ਉੱਥੋਂ ਵਿਦਾ ਹੋਈ। ਗਲ ਵਿੱਚ ਐਮ ਵਾਲਾ ਲਾਕਟ ਫੜ ਕੇ ਮੂੰਹ ਚੋਂ ਬੋਲਦੀ ਮੀਰਾ ਤੇ ਮੰਗਤ ਅਤੇ ਚੁੰਮਦੀ ਮੀਰਾ ਖੁਸ਼ ਹੋ ਜਾਂਦੀ। ਇਹੋ ਜਿਹੀ ਫੇਰੀ ਤਾਂ ਚੰਗੇ 5-7 ਘਰਾਂ ਦੀ ਵਧਾਈ ਦੇ ਬਰਾਬਰ ਢੁਕੀ ਸੀ। ਪ੍ਰੋਗਰਾਮ ਸਫਲ ਹੋਣ ਤੇ ਹਰ ਵਾਰ ਜੁਗਨੂ ਮੰਨੂ ਤੇ ਕੋੜਾਮਲ ਆ ਕੇ ਕੁੱਟ-ਕੁੱਟ ਸੋਮਰਸ ਜ਼ਰੂਰ ਲਾਉਂਦੇ। ਜਿਸ ਦੀ ਮੀਰਾ ਥੱਕੇ ਹੋਣ ਕਰਕੇ ਇਜਾਜ਼ਤ ਤਾਂ ਦੇ ਦਿੱਤੀ, ਪਰ ਬਹੁਤਾ ਪਸੰਦ ਨਾ ਕਰਦੀ। ਹੈ ਮਾਸੀ, ਤੂੰ ਕਿਉਂ ਨਹੀਂ ਪੀ ਕੇ ਦੇਖਦੀ? ਇਹ ਸਾਲਾ ਸੋਮਰਸ ਤਾਂ ਦੇਵਤਿਆਂ ਤੇ ਵੀ ਭਾਰੀ ਪੈ ਗਿਆ ਸੀ, ਸਾਰੇ ਜੱਬੇ ਮੁਕਾ ਦਿੰਦਾ। ਸੌ ਤੇਰੀ, ਝੂਠ ਨਹੀਂ ਬੋਲਦੀ। ਮੰਨੂ ਸਰੂਰ ਵਿੱਚ ਆਈ ਆਖ ਰਹੀ ਸੀ, ਨਾ ਮੇਰੀ ਲਾਡੋ, ਇਸ ਊਣੇ ਘੜੇ ਨੂੰ ਵੀ ਸਾਂਭ ਕੇ ਰੱਖਣਾ ਪੈਣਾ। ਮੀਰਾ ਵਾਲਾਂ ਦਾ ਜੂੜਾ ਸੁਆਰਦੀ ਬੋਲੀ, ਮਾਸੀ ਮਰਨ ਤੋਂ ਡਰਦੀ ਓਏ ਜੁਗਨੂ, ਡਰਪੋਕ ਕਿਸੇ ਥਾਂ ਦੀ। ਇੱਥੇ ਕੀ ਜਵਾਕ ਰੋਣਗੇ ਪਿੱਛੇ? ਮਜ਼ਾ ਲਿਓ ਮਜ਼ਾ, ਕਹਿੰਦੀ ਮੰਨੂ ਨੂੰ ਮੀਰਾ ਝਿੜਕ ਕੇ ਸੌਣ ਦਾ ਇਸ਼ਾਰਾ ਕਰਦੀ ਆਪ ਵੀ ਕਮਰੇ ਵਿੱਚ ਚਲੀ ਗਈ। ਪਰ ਜੁਗਨੂ ਤੇ ਮੰਨੂ ਤਾਂ ਨਸ਼ੇ 'ਚ ਧੁੱਤ ਇੱਕੋ ਮੰਜੇ ਤੇ ਜੱਫੀ ਪਾ ਕੇ ਸੌਂ ਗਏ। ਪੇਪਰ ਖਤਮ ਹੋਣ ਤੇ ਚਿਰਾਗ ਹੋਸਟਲ ਵਿੱਚੋਂ ਆਪਦਾ ਸਾਰਾ ਸਮਾਨ ਚੱਕ ਕੇ ਗੋਰੀ ਕੋਠੀ ਆ ਪਰਤਿਆ। ਖੁਸ਼ੀਆਂ ਮਨਾਉਣ ਦੀ ਥਾਂ ਪਤਾ ਨਹੀਂ ਕਿਉਂ ਸਾਰਿਆਂ ਨੂੰ ਮਨੋ ਮਨ ਇਹ ਲੱਗ ਰਿਹਾ ਸੀ ਕਿ ਜਿਵੇਂ ਚਿਰਾਗ ਕੁਝ ਪਾਉਣ ਦੀ ਥਾਂ ਬੜਾ ਕੁਝ ਗਵਾ ਕੇ ਮੁੜਿਆ ਹੋਵੇ। ਹੁਣ ਤਾਂ ਉਹ ਮੰਜੇ ਤੇ ਪਿਆ ਵੀ ਦਿਸਦਾ ਨਹੀਂ ਸੀ। ਡਾਕਟਰ ਸੋਪਤੀ ਦੇ ਦੁਬਾਰਾ ਬੁਲਾਉਣ ਤੇ ਮੀਰਾ ਤੇ ਜੁਗਨੂ ਉਸਨੂੰ ਹਸਪਤਾਲ ਲੈ ਗਏ ਸਨ। ਡਾਕਟਰ ਨੇ ਫਾਈਲ ਵਿੱਚ ਪਈਆਂ ਰਿਪੋਰਟਾਂ ਦੇਖ ਕੇ ਕਿਹਾ, ਦੇਖੋ, ਫਿਕਰ ਕਰਨ ਵਾਲੀ ਤਾਂ ਕੋਈ ਗੱਲ ਹੈ ਨਹੀਂ। ਟੀਬੀ ਦੀ ਰਿਪੋਰਟ ਪੋਜ਼ਿਟਿਵ ਹੈ। ਫੇਫੜੇ ਕਾਫੀ ਹੱਦ ਤੱਕ ਪ੍ਰਭਾਵਿਤ ਹੋ ਚੁੱਕੇ ਹਨ। ਖੰਘ, ਖਿੱਚਵਾਂ ਸਾਹ, ਬੁਖਾਰ ਤੇ ਭਾਰ ਘਟਣਾ ਸਭ ਇਸ ਰੋਗ ਦੀ ਵਜ੍ਹਾ ਨਾਲ ਹੀ ਹੈ। ਇਸ ਬਿਮਾਰੀ ਦਾ ਇਲਾਜ ਹੈ ਸਾਡੇ ਕੋਲ, ਸੋ ਨਿਸ਼ਚਿੰਤ ਰਹੋ। ਇਲਾਜ 6 ਮਹੀਨੇ ਦੇ ਕਰੀਬ ਚੱਲੇਗਾ, ਪਰ ਦਵਾਈ ਛੇਤੀ ਹੀ ਅਸਰ ਦਿਖਾਵੇਗੀ। ਤੁਸੀਂ ਹਰ ਮਹੀਨੇ ਚੈੱਕਅਪ ਲਈ ਆਉਣਾ। ਕੋਈ ਗੱਲ ਨਹੀਂ ਡਾਕਟਰ ਸਾਹਿਬ, ਅਸੀਂ ਪੂਰਾ ਇਲਾਜ ਕਰਵਾਵਾਂਗੇ, ਮੀਰਾ ਬੋਲੀ। ਠੀਕ ਹੈ, ਫਿਲਹਾਲ 3 ਮਹੀਨੇ ਦੀ ਦਵਾਈ ਦਿੰਦਾ ਹਾਂ ਅਤੇ ਤੁਸੀਂ ਦੁਆ ਕਰੋ। ਚੰਗੀ ਖੁਰਾਕ ਅਤੇ ਸਮੇਂ ਵਿੱਚ ਦਿੱਤੀ ਦਵਾਈ ਇਸ ਨੂੰ ਛੇਤੀ ਮੋੜਾ ਪਾ ਦੇਵੇਗੀ, ਡਾਕਟਰ ਸੋਪਤੀ ਦਵਾਈ ਸਮਝਾ ਕੇ ਬੋਲੇ। ਮੀਰਾ ਬਕਾਇਦਾ ਤੌਰ ਤੇ ਆਪ ਹੀ ਦਵਾਈ ਬੂਟੀ ਸਮੇਂ ਸਿਰ ਦਿੰਦੀ ਅਤੇ ਲਾਲੀ ਨੂੰ ਦੱਸ ਕੇ ਚੰਗਾ ਖਾਣਾ ਪੀਣਾ ਮੁਹੱਈਆ ਕਰਵਾਉਂਦੀ। ਸਾਰੀ ਰਾਤ ਖੰਘ ਦਾ ਚਿਰਾਗ ਹੁੰਗੇ ਮਾਰਦਾ ਬੇਚੈਨੀ ਵਿੱਚ ਕੱਟਦਾ। ਜੇ ਬੁਖਾਰ ਦਿਨੇ ਨਾ ਹੁੰਦਾ ਤਾਂ ਰਾਤ ਨੂੰ ਹੋ ਜਾਂਦਾ। ਦਲਿੱਦਰ ਗੋਰੀ ਕੋਠੀ ਡੇਰਾ ਲਾ ਕੇ ਬਹਿ ਗਿਆ ਸੀ। ਟੀਬੀ ਦਾ ਰੋਗ, ਲਾਗ ਦਾ ਰੋਗ ਸੁਣ ਕੇ ਜੁਗਨੂ ਤੇ ਮੰਨੂ ਤਾਂ ਸੁੱਕ ਦੇ ਮਾਰੇ ਉਸ ਕਮਰੇ ਵਿੱਚ ਜਾਣ ਤੋਂ ਵੀ ਗੁਰੇਜ਼ ਕਰਨ ਲੱਗ ਗਏ ਸਨ। ਜਦੋਂ ਵੀ ਮੀਰਾ ਦੀ ਟੋਲੀ ਕਿਸੇ ਪ੍ਰੋਗਰਾਮ ਤੇ ਜਾਂਦੀ ਤਾਂ ਮੀਰਾ ਨੂੰ ਫਟਾਫਟ ਘਰ ਮੁੜਨ ਦੀ ਕਾਹਲ ਪੈ ਜਾਂਦੀ। ਕਈ ਵਾਰ ਤਾਂ ਚਿਰਾਗ ਦੀ ਹਾਲਤ ਨੂੰ ਮੁੱਖ ਰੱਖਦਿਆਂ ਜਾਣ ਤੋਂ ਜਵਾਬ ਦੇ ਦਿੰਦੀ, ਜਿਸ ਦਾ ਸਾਰਾ ਭਾਰ ਜੁਗਨੂ ਅਤੇ ਮੰਨੂ ਉੱਤੇ ਪੈ ਜਾਂਦਾ। ਪਰ ਫਿਲਹਾਲ ਸਭ ਚੰਗੇ ਸਮੇਂ ਦੀ ਉਡੀਕ ਵਿੱਚ ਇੱਕ ਦੂਜੇ ਦਾ ਸਾਥ ਦੇ ਰਹੇ ਸਨ। ਨਿਤਨੇਮ ਹਸਪਤਾਲਾਂ, ਲੈਬੋਰੇਟਰੀਆਂ ਤੇ ਗੇੜੇ, ਚੰਗੀ ਖੁਰਾਕ ਤੇ ਫਲ ਫਰੂਟ ਦੇ ਖਰਚੇ ਕਰਕੇ ਪੈਸਾ ਵੀ ਗੋਰੀ ਕੋਠੀ ਵਿੱਚੋਂ ਪਾਣੀ ਵਾਂਗ ਵਹਿਣ ਲੱਗ ਗਿਆ ਸੀ। 1 ਮਹੀਨੇ ਬਾਅਦ ਕਿਤੇ ਐਕਸਰੇ ਤੇ ਰਿਪੋਰਟਾਂ ਦੱਸ ਰਹੀਆਂ ਸਨ ਕਿ ਫੇਫੜਿਆਂ ਦੀ ਹਾਲਤ ਤਾਂ ਦਿਨੋਂ ਦਿਨ ਤੇਜ਼ੀ ਨਾਲ ਨਿੱਘਰ ਰਹੀ ਹੈ।
ਦਵਾਈ ਨੇ ਨਾ ਮਾਤਰ ਹੀ ਅਸਰ ਕੀਤਾ। ਸ਼ੱਕ ਦੀ ਸੂਈ ਘੁੰਮਦਿਆਂ ਹੀ ਡਾਕਟਰ ਸੋਬਤੀ ਨੇ ਚਿਰਾਗ ਨੂੰ ਪੁੱਛਿਆ, ਕੀ ਕਦੇ ਤੁਸੀਂ ਕਿਸੇ ਨਾਲ ਸੈਕਸ ਸੰਬੰਧ ਬਣਾਏ ਹਨ? ਚਿਰਾਗ ਮੀਰਾ ਵੱਲ ਤੱਕ ਕੇ ਚੁੱਪਚਾਪ ਬਿਨਾਂ ਉੱਤਰ ਦਿੱਤੇ ਨੀਵੀਂ ਪਾ ਕੇ ਬੈਠ ਗਿਆ। ਮੀਰਾ ਤਾਂ ਆਪ ਉਸ ਦਾ ਚਿਹਰਾ ਪੜ੍ਹ ਰਹੀ ਸੀ ਕਿ ਉਹ ਡਾਕਟਰ ਦੀ ਗੱਲ ਸਮਝਿਆ ਨਹੀਂ ਜਾਂ ਜਵਾਬ ਨਹੀਂ ਦੇਣਾ ਚਾਹੁੰਦਾ, ਪਰ ਸ਼ਾਇਦ ਡਾਕਟਰ ਸੋਬਤੀ ਉਸ ਦਾ ਨਾ ਉੱਤਰ ਦੇਣ ਦਾ ਮਤਲਬ ਸਮਝ ਚੁੱਕਿਆ ਸੀ ਅਤੇ ਉਸਨੇ ਏਡਸ ਦੇ ਇਲਾਜ ਲਈ ਚਿਰਾਗ ਨੂੰ ਹਸਪਤਾਲ ਦੀ ਲੈਬੋਰੇਟਰੀ ਵਿੱਚ ਸੈਂਪਲ ਦੇਣ ਲਈ ਭੇਜਿਆ। ਰਿਪੋਰਟ ਨੂੰ ਗੁਪਤ ਰੱਖਦਿਆਂ ਸਿਰਫ ਇੱਕ ਕਾਪੀ ਆਪਣੇ ਕੋਲ ਮੰਗਾਉਣ ਦੀ ਹੀ ਗੱਲ ਕਹੀ। ਮੀਰਾ ਨੂੰ ਭਾਵੇਂ ਪੂਰੀ ਗੱਲ ਸਮਝ ਨਹੀਂ ਆਈ ਸੀ, ਪਰ ਚਿਰਾਗ ਤਾਂ ਪੜ੍ਹਿਆ ਲਿਖਿਆ ਹੋਣ ਕਰਕੇ ਇਸ ਦੇ ਕਾਰਨ ਤੇ ਇੰਤਕਾਮ ਵੀ ਭਲੀ ਭਾਂਤ ਜਾਣਦਾ ਸੀ। ਦੋਹਾਂ ਦੀਆਂ ਗੱਲਬਾਤ ਦਾ ਲਹਿਜਾ ਦੇਖ ਕੇ ਮੀਰਾ ਦੇ ਚਿਹਰੇ ਤੇ ਚਿੰਤਾ ਦੀਆਂ ਲਕੀਰਾਂ ਜ਼ਰੂਰ ਉਕਰ ਆਈਆਂ ਸਨ। ਚਿਰਾਗ ਉਸ ਦਿਨ ਤੋਂ ਬਾਅਦ ਰੋਜ਼ ਸਾਰੀ ਰਾਤ ਜਾਗਦਾ ਸੋਚਦਾ, ਹਾਏ ਰੱਬਾ, ਜੇ ਇਹ ਪੋਜ਼ਿਟਿਵ ਨਿਕਲਿਆ ਤਾਂ ਹੋਰ ਕੌਣ ਹੋਵੇਗਾ ਜੋ ਇਸ ਦੀ ਲਪੇਟ ਵਿੱਚ ਆਇਆ ਹੋਵੇਗਾ? ਕੌਣ ਪੀੜਿਤ ਸੀ ਜਿਸ ਤੋਂ ਮੈਨੂੰ ਇਹ ਰੋਗ ਹੋਇਆ? ਤੇ ਮੈਂ ਕਿਸ ਨੂੰ ਦਿੱਤਾ ਹੋਵੇਗਾ? ਹਾਏ ਰੱਬਾ, ਰਹਿਮ ਕਰ, ਆਪਦਾ ਵਜੂਦ ਸਾਂਭਦਾ ਕਿਤੇ ਮੈਂ ਸਦਾ ਲਈ ਨਾ ਖਤਮ ਹੋ ਜਾਵਾਂ। ਸੋਚਾਂ ਦੇ ਵਾਵਰੋਲੇ ਇੰਨੇ ਭਿਆਨਕ ਹੁੰਦੇ ਕਿ ਉਸ ਦਾ ਅੰਗ ਡਰ ਨਾਲ ਕੰਬਣ ਲੱਗਦਾ, ਮੂੰਹ ਸੁੱਕਣ ਲੱਗਦਾ। ਪਰ ਹੁਣ ਹੋ ਵੀ ਕੀ ਸਕਦਾ ਸੀ? ਸਿਰਫ ਚੰਗੇ ਰਿਜ਼ਲਟ ਦੀ ਉਮੀਦ ਤੇ ਦੁਆ ਹੀ ਕੀਤੀ ਜਾ ਸਕਦੀ ਸੀ। ਮੀਰਾ ਦੀ ਘਬਰਾਈ ਸ਼ਕਲ ਦੇਖ ਕੇ ਉਸ ਉੱਤੇ ਚਿਰਾਗ ਨੂੰ ਅੰਤਾਂ ਦਾ ਤਰਸ ਆਉਂਦਾ ਅਤੇ ਆਪਣੇ ਕੀਤੇ ਕੁਕਰਮਾਂ ਕਾਰਨ ਖੁਦ ਨਾਲ ਘ੍ਰਿਣਾ ਹੋਣ ਲੱਗਦੀ। ਕਿਸੇ ਗੱਲ ਵਿੱਚ ਡਾਕਟਰ ਸੋਬਤੀ ਦਾ ਨਾਂ ਸੁਣਦਿਆਂ ਹੀ ਉਸ ਦੇ ਖਾਨੇ ਉੱਡ ਜਾਂਦੀਆਂ। ਇੱਕ ਦਿਨ ਮੰਨੂ ਨੇ ਵੀ ਰੋਜ਼ ਦੀ ਬਿਮਾਰੀ ਤੋਂ ਤੰਗ ਆ ਕੇ ਨਹੋਰਾ ਮਾਰ ਦਿੱਤਾ ਸੀ। ਮਾਸੀ, ਕਿ ਸਾਰਾ ਦਿਨ ਚਿਰਾਗ ਕਰਦੀ ਰਹਿਨੀ ਏ? ਆ ਤੇਰੇ ਚਿਰਾਗ ਨੇ ਤਾਂ ਚੰਗੀ ਭਲੀ ਜ਼ਿੰਦਗੀ ਵਿੱਚ ਹਨੇਰ ਲਿਆ ਰੱਖਿਆ, ਸਾਰੀ ਗੋਰੀ ਕੋਠੀ ਸੋਗੀ ਕਰਕੇ ਰੱਖਤੀ। ਕਿਉਂ, ਤੇਰਾ ਕੀ ਵਿਗਾੜਿਆ ਜਾਂ ਖਾਧਾ ਉਸਨੇ ਜੋ ਤੂੰ ਔਖੀ ਭਾਰੀ ਹੋ ਰਹੀ ਏ, ਬਿਨਾਂ ਵਜ੍ਹਾ ਪਰੇਸ਼ਾਨ ਹੋ ਰਹੀ ਏ? ਮੀਰਾ ਥੋੜਾ ਤਲਖੀ ਭਰੇ ਲਹਿਜੇ ਵਿੱਚ ਪੁੱਛਣ ਲੱਗੀ। ਲੈ ਮਾਸੀ, ਜੇ ਤੇਰੇ ਮੇਰੇ ਦੀ ਗੱਲ ਹੈ ਤਾਂ ਤੂੰ ਕਿਹੜਾ ਮੇਰਾ ਹਿੱਸਾ ਕਦੇ ਮੇਰੇ ਹੱਥ ਤੇ ਪਾਇਆ? ਆ 2 ਡੰਗ ਦੀ ਰੋਟੀ ਤੇ ਮਾੜਾ ਮੋਟਾ ਕੱਪੜਾ ਲੱਤਾ ਹੀ ਮਿਲਦਾ ਹੈ। ਪ੍ਰੋਗਰਾਮਾਂ ਵਿੱਚ ਬਣਦੇ ਢੇਰ ਪੈਸੇ ਤਾਂ ਆਪਣੇ ਸਭ ਦੇ ਸਾਂਝੇ ਹੁੰਦੇ ਨੇ, ਸਭ ਦੀ ਰਲੀ ਮਿਲੀ ਕਮਾਈ ਹੁੰਦੀ ਹੈ। ਜ਼ਬਾਨ ਲੜਾਉਣ ਦੀ ਆਦੀ ਨਿਡਰ ਮੰਨੂ ਅੱਜ ਦਿਲ ਦਾ ਗੁਬਾਰ ਕੱਢਦੀ ਬੋਲੀ ਜਾ ਰਹੀ ਸੀ। ਦੇਖ ਜੁਗਨੂ, ਇਸ ਕੋਠੀ ਵਿੱਚ ਕਦੇ ਕਿਸਨੇ ਮਹੰਤ ਮੂਰੇ ਇਉਂ ਬੋਲਣ ਦੀ ਜ਼ਰੂਰਤ ਨਹੀਂ ਕੀਤੀ ਤੇ ਕਦੇ ਨਾ ਹੀ ਮੈਂ ਮਹੰਤ ਬੁਲਬੁਲ ਮੂਰੇ ਚਵਰ ਬੋਲੀ ਸੀ। ਮੈਂ ਇੱਥੋਂ ਦੀ ਮਹੰਤ ਹਾਂ, ਮੇਰੀ ਮਰਜ਼ੀ ਨਾਲ ਹੀ ਰਹਿਣਾ ਪੈਣਾ ਇੱਥੇ। ਦੱਸ ਦੇ ਇਸ ਨੂੰ ਕਿ ਮੁੜ ਕੇ ਇਹ ਸਭ ਆਵਾ ਤਵਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਰਾ ਔਖੀ ਭਾਰੀ ਹੁੰਦੀ ਬੋਲੀ। ਪਰ ਮਹੰਤ ਮੀਰਾ, ਇਸ ਵਿੱਚ ਗਲਤ ਵੀ ਕੀ ਹੈ? ਸਹੀ ਤਾਂ ਕਹਿ ਰਹੀ ਹੈ। ਪਹਿਲਾਂ ਸਾਰਾ ਪੈਸਾ ਇਸ ਦੀ ਪੜ੍ਹਾਈ ਲਈ ਰੁੜਦਾ ਰਿਹਾ ਤੇ ਹੁਣ ਬਿਮਾਰੀ ਤੇ। ਅਸੀਂ ਤਾਂ ਫਿਰ ਕੋਲੂ ਦੇ ਬਲਦੀ ਹੋਏ ਨਾ। ਅਖੇ ਦੁੱਖ ਸਹਿਣ ਲਈ ਘੁੱਗੀਆਂ ਤੇ ਮੇਵੇ ਖਾਣ ਟੋਡਲਕਾਂ, ਫਿਰ ਤਾਂ ਆਹੀ ਕੋਤ ਸੱਚੀ ਹੋਈ ਨਾ। ਪਰ ਜੁਗਨੂਆ, ਜੇ ਰੱਬ ਨਾ ਕਰੇ ਕੱਲ ਨੂੰ ਭਲਾ ਤੈਨੂੰ ਕੋਈ ਤਕਲੀਫ ਹੋ ਜੇ ਤੇ ਮੈਂ ਤੁਹਾਡੇ ਵਾਂਗੂ ਸੋਚਣ ਲੱਗ ਪਵਾਂ, ਫਿਰ ਭਲਾ ਕੀ ਬਣੂ? ਮੀਰਾ ਢਾਕ ਤੇ ਹੱਥ ਧਰਦੀ ਬੋਲੀ। ਜੇ ਤਾਂ ਕਿਸੇ ਨੇ ਨਹੀਂ ਵਿਆਹੀ ਮਹੰਤ ਮੀਰਾ ਜੀ, ਮੈਂ ਤਾਂ ਹੁਣ ਦੀ ਗੱਲ ਕਰ ਰਿਹਾ। ਜੀ ਉਹੀ ਹਾਲਾਤ ਰਹੇ ਨਾ ਤਾਂ ਉਹ ਦਿਨ ਦੂਰ ਨਹੀਂ ਜਦ ਗੋਰੀ ਕੋਠੀ ਕੰਗਾਲ ਹੋ ਜਾਏਗੀ ਜਾਂ ਨਿਲਾਮ ਹੋ ਜਾਏਗੀ। ਅਸੀਂ ਤਾਂ ਆਪਾਂ ਸਾਰਿਆਂ ਲਈ ਹੀ ਫਿਕਰਮੰਦ ਹਾਂ, ਜੁਗਨੂ ਬੋਲਿਆ। ਬੇਵਸ ਮੀਰਾ ਚੁੱਪ ਸੀ। ਮੰਨੂ ਤੇ ਜੁਗਨੂ ਦੇ ਕੋਰੇ ਨਸ਼ਤਰਾਂ ਵਰਗੇ ਸ਼ਬਦਾਂ ਨਾਲ ਉਸ ਦੀ ਰੂਹ ਛਲਣੀ ਹੋ ਗਈ ਸੀ। ਉਸ ਦੇ ਸਨਮਾਨ ਨੂੰ ਪਹਿਲੀ ਵਾਰ ਚੋਟ ਲੱਗੀ ਸੀ। ਦਰਵਾਜ਼ਾ ਖੁੱਲ੍ਹਾ ਹੋਣ ਕਰਕੇ